ਅਦਰਵਾਈਜ਼ ਸਿੱਧੂ ਮੂਸੇਵਾਲਾ ਦਾ ਕੋਈ ਕਿਸੇ ਵੀ ਗੈਂਗਸਟਰ ਨਾਲ ਕੋਈ ਲਿੰਕ ਨਹੀਂ ਬੰਦਾ, ਨਥਿੰਗ ਇਨ ਐਨੀ ਗੈਂਗਸਟਰ ਐਕਟੀਵਿਟੀ or any criminal activity। ਮਤਲਬ ਕੋਈ ਕਾਰਨ ਨਹੀਂ ਸੀ ਉਹਦਾ ਮਾਰੇ ਜਾਣੇ ਦਾ। ਇਸ ਕੇਸ ਦੇ ਵਿੱਚ ਹੋਇਆ ਕੀ ਸੀ ਕਿ ਲਾਰੈਂਸ ਤੇ ਵਿੱਕੀ ਮਿਡੂਖੇੜਾ ਕਾਫੀ ਆਪਸ ਚ ਕਲੋਜ਼ ਸੀਗੇ, ਭਰਾ ਵਰਗੇ ਸੀ। ਲਾਰੈਂਸ ਦਾ ਇੱਕ ਪਰਸੀਵਡ ਓਪੀਨੀਅਨ ਸੀਗਾ ਕਿ ਜਦੋਂ ਸੰਦੀਪ ਵਿੱਕੀ ਮਿਡੂਖੇੜਾ ਦਾ ਕਤਲ ਹੋਇਆ ਸੀਗਾ, ਉਹਦੇ ਚ ਦਿੱਲੀ ਪੁਲਿਸ ਦੀ ਤਫਤੀਸ਼ ਦੇ ਵਿੱਚ ਇੱਕ ਬੰਦੇ ਦਾ ਨਾਮ ਆਇਆ ਸੀਗਾ ਸ਼ਗਨਪ੍ਰੀਤ। ਇਹ ਜੋ ਸਾਰੀ ਸਾਜ਼ਿਸ਼ ਹੈ ਇਹਦੇ ਵਿੱਚ ਵਿੱਕੀ ਮਿਡੂਖੇੜੇ ਦਾ ਕਤਲ ਦਾ ਨਾਮ ਹੈ। ਕੋਈ ਇਹ ਵੀ ਰਿਪੋਰਟ ਕਰ ਰਿਹਾ ਹੈ ਕਿ ਵੀ ਇਹ ਗੁਰਲਾਲ ਬਰਾੜ ਤੋਂ ਛੜੀ ਹੋਈ ਲੜਾਈ ਹੈ ਜਿਹੜੀ ਹੈ ਇੰਨੇ ਦੇ ਤੋਂ ਚੱਲਦੀ ਆ ਰਹੀ ਹੈ, ਤੇ ਇਸੇ ਸਾਲ ਵਿੱਚ ਜਿਹਨੇ ਸਿੱਧੂ ਨੂੰ ਮਾਰਿਆ ਉਹਨੇ 11 ਹੋਰ ਕਤਲ ਕੀਤੇ। ਇਹਦੇ ਵਿੱਚ ਕੀ ਸੱਚਾਈ ਹੈ? ਮੈਡਮ ਇੰਡੀਕੇਸ਼ਨ ਸੀਗੇ, ਸਿਕਿਉਰਿਟੀ ਵੀ ਪ੍ਰੋਵਾਈਡ ਕੀਤੀ ਗਈ ਸੀਗੀ। ਇਨਫੈਕਟ ਇੰਸੀਡੈਂਟ ਵੇਲੇ ਵੀ ਸਿਕਿਉਰਿਟੀ ਸੀਗੀ ਨਾਲ। ਜੇ ਜੋ ਦੋ ਬੰਦੇ ਨਾਲ ਸੀਗੇ, ਜੇ ਉਹ ਨਾਲ ਹੁੰਦੇ ਸ਼ਾਇਦ ਇੰਸੀਡੈਂਟ ਨਹੀਂ ਸੀ ਹੋਣਾ। ਸੋ ਤੁਸੀਂ ਮੰਨਦੇ ਹੋ ਕਿ ਜਿਹੜੇ ਦੋ ਸੀ ਉਹ ਕਾਫੀ ਸੀਗੇ? ਇਹ ਸਾਰੀ ਗੱਲਾਂ ਸੀਗੀਆਂ ਇਨਵੈਸਟੀਗੇਸ਼ਨ ਨੂੰ ਦੂਜੇ ਪਾਸੇ ਲੈ ਜਾਣ ਵਾਸਤੇ। ਇਹਦੇ ਨਾਲ ਇੰਨਾ ਫਾਇਦਾ ਇਹ ਸੀਗਾ, ਸਚਿਨ ਵਿਸ਼ਨੂੰ ਵੀ ਬਾਹਰ ਨਿਕਲ ਗਿਆ ਸੀਗਾ, ਉਹਨੇ ਕਲੇਮ ਕਰ ਲਿਆ ਸੀਗਾ। ਲਾਰੈਂਸ ਜੇਲ੍ਹ ਦੇ ਵਿੱਚ ਸੀਗਾ, ਇਹ ਕਲੇਮ ਕਰਿਆ ਮੈਂ ਜੇਲ੍ਹ 'ਚ ਕੋਈ ਗੱਲ ਕਰ ਨਹੀਂ ਸਕਦਾ, ਕੁਝ ਸਾਰੇ ਦਾ ਬਚਾਅ ਹੋ ਜਾਣਾ ਸੀ, ਕਿ ਗੱਲ ਕਿਸੇ ਸਿਰੇ ਲੱਗਣੀ ਨਹੀਂ ਸੀ। ਤੁਸੀਂ ਦੇਖਿਆ ਹੋਣਾ ਵਿੱਕੀ ਮਿਡੂਖੇੜਾ ਵਾਲੇ ਕੇਸ ਦੇ ਵਿੱਚ ਤੇ ਸੰਦੀਪ ਨੰਗਲੰਬੀ ਵਾਲੇ ਕੇਸ ਦੇ ਵਿੱਚ ਸ਼ੂਟਰਸ ਬਾਹਰੋਂ ਆਏ ਸੀ, ਲੋਕਲ ਸਪੋਰਟ ਮਿਲੀ ਸੀ। ਇਟ ਵਾਸ ਅ ਕੰਬੀਨੇਸ਼ਨ। ਤੇ ਇਸ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਵੀ देयर वर 2 modules। कॉर्नर नोटिस के सारे प्रोसीजर्स चल रहे हैं। पंजाब पुलिस इज़ इन टच विद द सेंट्रल एजेंसीज एंड सेंट्रल एजेंसीज के थ्रू ही सारी चीज़ें अप्रोच होती है। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਜਦ ਕਤਲ ਹੋਇਆ, ਹਰ ਇੱਕ ਨੂੰ ਲੱਗਿਆ ਜਿਵੇਂ ਸਾਡੇ ਵਿੱਚੋਂ ਕਿਸੇ ਦਾ ਕਤਲ ਹੋ ਗਿਆ। ਜਦੋਂ ਦੇ ਮਾਂ-ਬਾਪ ਦਾ ਦੁੱਖ ਵੇਖਿਆ ਔਰ ਜਦੋਂ ਦੀ ਲਾਸ਼ ਸਿਵਿਆਂ ਵੱਲ ਜਾਂਦੀ ਦੇਖੀ, ਇਸ ਤਰ੍ਹਾਂ ਲੱਗਿਆ ਕਿ ਸਾਡਾ ਆਪਣਾ ਕੋਈ ਜਾ ਰਿਹਾ ਹੈਗਾ। ਸਭ ਨੇ ਉਹ ਦੁੱਖ ਮਹਿਸੂਸ ਕੀਤਾ ਔਰ ਉਸ ਦੁੱਖ ਨੇ ਅੱਜ ਸਭ ਨੂੰ ਜੋੜ ਦਿੱਤਾ ਇਸ ਖਬਰ ਨੂੰ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਕਿਉਂ ਹੋਇਆ, ਕਿਸ ਤਰ੍ਹਾਂ ਹੋਇਆ ਔਰ ਕਿਸ ਤਰ੍ਹਾਂ ਅੱਗੋਂ ਨਾ ਹੋਏ। ਇਸ ਬਾਰੇ ਜਾਣਨ ਵਾਸਤੇ ਅਸੀਂ ADGP ਪ੍ਰਮੋਦ ਬਾਂਝ ਕੋਲ ਬੈਠੇ ਹਾਂ। ਸਰ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਸਰ, ਤੁਹਾਡੇ ਸਿਰ 'ਤੇ ਇੱਕ ਬੜੀ ਵੱਡੀ ਰਿਸਪੌਂਸਿਬਿਲਿਟੀ ਹੈ, ਕਿਉਂਕਿ ਆਈ ਥਿੰਕ ਪੰਜਾਬ ਉਸ ਲੈਵਲ 'ਤੇ ਬੈਠਾ ਹੈ ਕਿ ਵੀ ਹੁਣ ਉਹ ਨਹੀਂ ਬਰਦਾਸ਼ਤ ਕਰ ਪਾਏਗਾ ਕਿ ਸਿੱਧੂ ਮੂਸੇ ਵਾਂਗ ਕੋਈ ਹੋਰ ਵੀ ਜਾਏ। ਸੋ ਇਸ ਜ਼ਿੰਮੇਦਾਰੀ ਵਿੱਚ ਤੁਸੀਂ ਜਿੱਥੇ ਅੱਜ ਪਹੁੰਚੇ ਹੋ, ਆਈ ਥਿੰਕ ਸਭ ਨੂੰ ਹੀ ਪਤਾ ਤੁਸੀਂ ਕਿਸ ਲੈਵਲ 'ਤੇ ਪਹੁੰਚੇ ਹੋ, ਪਰ ਤੁਸੀਂ ਇੱਕ ਬਰੀਫ ਵਿੱਚ ਮੈਨੂੰ ਦੱਸ ਦਿਓ ਕਿ ਅੱਜ ਕਿਸ ਲੈਵਲ 'ਤੇ ਇਨਵੈਸਟੀਗੇਸ਼ਨ ਪਹੁੰਚ ਗਈ ਹੈ। देखिए जी, सब तो पहला तो मैं कहना चाहना कि मी पर्सनली एंड ऑल पंजाब पुलिस वी शेयर दिस ग्रीफ। ना कमिंग ऑन टू दिस केस, जिवें तुहानूं पता ही है कि यह केस 29 तारीख ਨੂੰ ਹੋਇਆ ਸੀ। पंजाब पुलिस 29 तारीख की रात तो ही इस काम से लगी हुई है। AGTF की टीम अगले दिन सुबह 3-4 बजे देहरादून पहुँच गए थे। दैट इज़ वेयर वी गॉट द फर्स्ट ब्रेक। तो यह इट वॉज बेस्ड ऑन ये ह्यूमन इंटैलीजेंस बेस ਸੀਗਾ। ਉੱਥੋਂ ਸਾਰੀ ਗੱਲ ਤੁਰੀ ਹੈਗੀ। ਉਸ ਤੋਂ ਬਾਅਦ ਮੌਕੇ ਤੋਂ ਜਿਹੜੀਆਂ ਚੀਜ਼ਾਂ ਬਰਾਮਦ ਹੋਈਆਂ, ਭਾਵੇਂ ਉਹ ਗੱਡੀਆਂ ਸੀਗੀਆਂ, ਭਾਵੇਂ ਉਹਨਾਂ ਦੀ ਫੋਰੈਂਸਿਕ ਐਨਾਲਿਸਿਸ ਸੀਗਾ, ਭਾਵੇਂ ਉੱਥੋਂ ਜਿਹੜੀ ਪਰਚੀ ਮਿਲੀ ਪੈਟਰੋਲ ਪੰਪ ਦੀ ਫਤਿਹਾਬਾਦ ਦੀ, ਉੱਥੋਂ ਅਸੀਂ ਕੰਮ ਕਰਨਾ ਸਟਾਰਟ ਕੀਤਾ। ਉੱਥੋਂ ਕਾਫੀ ਹਾਰਡ ਵਰਕ ਹੋਇਆ, ਗਰਾਊਂਡ ਲੈਵਲ ਵਰਕ ਹੋਇਆ। ਸਾਡੀ ਵੱਖ-ਵੱਖ ਟੀਮਾਂ ਲਗਾਈਆਂ। ਵੀ ਟ੍ਰੇਸਡ ਦੈਟ ਵਹੀਕਲ, ਉਹਨੂੰ 25 ਤਾਰੀਖ ਤੋਂ ਟ੍ਰੇਸ ਕਰਕੇ ਆਪਾਂ ਮਾਨਸੇ ਤੱਕ ਲੈ ਕੇ ਆਏ। ਮਾਨਸੇ ਇੱਕ ਮੂਵਮੈਂਟ ਆਬਜ਼ਰਵ ਕੀਤੀ। ਉੱਥੋਂ ਹੀ ਆਪਾਂ ਆਇਡੈਂਟੀਫਾਈ ਕਰ ਲਿਆ ਸੀ ਜਿਹੜਾ ਪ੍ਰਿਯਵਰਤ ਫੌਜੀ ਹੈਗਾ ਤੇ ਮਨੂ ਤੇ ਰੂਪਾ ਦੇ ਜਿਹੜੇ ਨਿਰਦੇਸ਼ ਇਨਵੋਲਡ ਹੈਗੇ। ਅੱਜ ਦੀ ਤਾਰੀਖ 'ਚ ਪੰਜਾਬ ਪੁਲਿਸ SIT AGTF ਅਸੀਂ 13 ਬੰਦੇ ਅਰੈਸਟ ਕਰ ਚੁੱਕੇ ਹਾਂ, ਜਿਨ੍ਹਾਂ ਵਿੱਚ ਕੋਲੈਬੋਰੇਟਰਸ ਹੈਗੇ ਆ, ਲੌਜਿਸਟਿਕ ਪ੍ਰੋਵਾਈਡਰਸ ਹੈਗੇ ਆ, ਉਹ ਬੰਦੇ ਨੇ ਜਿਨ੍ਹਾਂ ਨੇ ਗੱਡੀਆਂ ਪ੍ਰੋਵਾਈਡ ਕਰਾਈਆਂ, ਉਹ ਬੰਦੇ ਨੇ ਜਿਨ੍ਹਾਂ ਨੇ ਮੌਕੇ 'ਤੇ ਰੈਕੀ ਕੀਤੀਆਂ, ਉਹ ਬੰਦੇ ਵੀ ਹੈਗੇ ਜਿਨ੍ਹਾਂ ਨੇ ਮਲਟੀਪਲ ਰੈਕੀਜ਼ ਦੇ ਵਿੱਚ ਮਦਦ ਕੀਤੀ। ਅਤੇ ਜਿਹੜਾ ਅਸੀਂ ਫੜਿਆ ਹੈਗਾ ਬਲਦੇਵ ਨਿੱਖੂ ਅਤੇ ਨਾਲ ਉਹਦੇ ਸਾਥੀ ਕੇਕੜਾ, ਦੇ ਵਰ ਦਾ ਵੰਸ, ਇਹੀ ਬੰਦੇ ਸੀਗੇ ਉਹ ਜੋ ਉਸ ਦਿਨ 29 ਤਾਰੀਖ ਵਾਰਦਾਤ ਵਾਲੇ ਦਿਨ ਇਹਨਾਂ ਨੇ ਮੌਕੇ 'ਤੇ ਰੈਕੀ ਕੀਤੀ, ਮੌਕੇ 'ਤੇ ਸੈਲਫੀਆਂ ਲਈਆਂ, ਉੱਥੋਂ ਮੋਬਾਈਲ ਫੋਨ ਨਾਲ ਕਮਿਊਨੀਕੇਟ ਕੀਤਾ ਗੋਲਡੀ ਬਰਾੜ ਜਿਹੜਾ ਕੈਨੇਡਾ ਬੈਠਾ ਹੋਇਆ ਅਤੇ ਸਚਿਨ ਬਿਸ਼ਨੋਈ ਦੇ ਨਾਲ, ਜਿਨ੍ਹਾਂ ਨੇ ਫਰਦਰ ਡਾਇਰੈਕਸ਼ਨਸ ਦਿੱਤੀਆਂ ਸ਼ੂਟਰਸ ਨੂੰ ਟੂ ਬੀ ਰੈਡੀ ਐਂਡ ਟੂ ਬੀ ਪ੍ਰੀਪੇਅਰਡ ਐਂਡ ਟੂ ਐਗਜ਼ੀਕਿਊਟ। ਅਤੇ ਆਲਸੋ ਇਹਨਾਂ ਨੇ ਮੋਟਰਸਾਈਕਲ ਦੀ ਗੱਡੀ ਨੂੰ ਫੋਲੋ ਕੀਤਾ ਅਤੇ ਬੋਲੇਰੋ ਅਤੇ ਕਰੋਲਾ ਨੂੰ ਇਸ ਗੱਡੀ ਨੂੰ ਇੰਡੀਕੇਟ ਕੀਤਾ। ਸੋ ਵੀ ਹੈਵ ਪ੍ਰੋਗਰੈਸਡ ਅ ਲੋਟ ਇਨ ਦਿਸ ਕੇਸ। Case is open before us. We know the part of the conspiracy. ਜਿਹੜੇ ਬੁਲੇਰੋ ਚਲਾ ਰਹੇ ਸੀ ਉਹ ਲੋਕ ਦਿੱਲੀ ਪੁਲਿਸ ਨੇ ਫੜ ਲਏ ਨੇ। ਸੋ ਉਹ ਤੁਸੀਂ ਉਹਨਾਂ ਨਾਲ ਹੁਣ
ਇਨ ਗੱਲਬਾਤ 'ਚ ਹੈਗੇ ਉਹ ਪੰਜਾਬ ਆਉਣਗੇ? ਬਿਲਕੁਲ ਜੀ, ਜਿਹੜੇ ਦੋ ਬੰਦੇ ਦਿੱਲੀ ਪੁਲਿਸ ਨੇ ਅਰੈਸਟ ਕੀਤੇ ਆ, ਜਿਹੜਾ ਆਪਣਾ ਪ੍ਰੇਵਰਤ ਫੌਜੀ ਹੈ ਤੇ ਕਸ਼ਿਸ਼, ਦੋ ਬੰਦੇ, ਦੋ ਸ਼ੂਟਰਸ ਹੈਗੇ ਆ, ਉਹਨਾਂ ਦੇ ਨਾਲ ਕੇਸ਼ਵ ਨੂੰ ਉਹਨਾਂ ਨੇ ਅਰੈਸਟ ਕੀਤਾ, ਜਿਨ੍ਹਾਂ ਨੇ ਬਾਅਦ 'ਚ ਭੱਜਣ 'ਚ ਮਦਦ ਕੀਤੀ ਸੀ। ਸਾਡੀ ਪੁਲਿਸ ਟੀਮ ਆਲਰੇਡੀ ਦਿੱਲੀ ਪੁਲਿਸ ਨਾਲ ਇਨ ਟੱਚ ਹੈਗੀ, ਸਾਡੀ ਪੁਲਿਸ ਟੀਮ ਪੰਜਾਬ ਪੁਲਿਸ ਦੀ ਟੀਮ ਦਿੱਲੀ ਦੇ ਵਿੱਚ ਹੈਗੀ ਆ, ਅਸੀਂ ਜੁਆਇੰਟਲੀ ਇੰਟਰੋਗੇਟ ਕਰ ਰਹੇ ਹਾਂ, ਜੁਆਇੰਟਲੀ ਕੁਐਸਚਨ ਕਰ ਰਹੇ ਹਾਂ, ਤੇ ਵਾਂਸ ਜਦੋਂ ਵੀ ਦਿੱਲੀ ਪੁਲਿਸ ਦਾ ਰਿਮਾਂਡ ਪੂਰਾ ਹੁੰਦਾ ਹੈ, ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ। ਸਰ ਪੰਜਾਬ ਕਾਫੀ ਔਖੇ ਸਮਿਆਂ ਤੋਂ ਲੰਘ ਚੁੱਕਾ ਹੈ ਔਰ ਇਹ ਸਾਨੂੰ ਕਦੀ ਹਜ਼ਮ ਨਹੀਂ ਹੁੰਦਾ ਕਿ ਪੰਜਾਬ ਵਿੱਚ ਗੈਂਗਸਟਰ ਨਿਕਲ ਕੇ ਆ ਰਹੇ, ਪੰਜਾਬ ਵਿੱਚ ਨਸ਼ਾ ਵਿਕ ਕੇ ਆ ਰਿਹਾ। ਅੱਜ ਤੁਸੀਂ ਚੈੱਕ ਕਰੋ ਕਿ ਹਾਂ ਕੈਨੇਡਾ ਵਿੱਚ ਵੀ ਗੈਂਗਸਟਰਸ ਪੰਜਾਬੀ ਬੈਠੇ ਨੇ, ਜਿਵੇਂ ਅਸੀਂ ਗੋਲਡੀ ਬਰਾੜ ਦੀ ਕਰ ਲਈਏ ਕੋਈ। ਸੋ ਕੱਲ ਵਿਧਾਨ ਸਭਾ ਵਿੱਚ ਵੀ ਜਦ ਅਮਨ ਅਰੋੜਾ ਜੀ ਬੋਲੇ, ਉਹਨਾਂ ਨੇ ਇਹੋ ਕਿਹਾ ਕਿ ਜੈਨੇਸਿਸ ਲੱਭਣਾ ਪਏਗਾ। ਚਲੋ ਸਿਆਸੀ ਲੜਾਈ ਚੱਲ ਰਹੀ ਸੀ, ਬਟ ਇੱਕ ਜੈਨੇਸਿਸ ਜਿਹੜਾ ਹੈ ਹੁਣ ਤੁਹਾਡੇ ਤੇ, ਬਿਕੋਜ਼ ਤੁਸੀਂ ਜੇ ਗੈਂਗਸਟਰ ਐਂਟੀ ਗੈਂਗਸਟਰ ਟਾਸਕ ਫੋਰਸ ਲੈਣੀ ਹੈ, ਤੁਸੀਂ ਵੀ ਉਸ ਜੈਨੇਸਿਸ ਤੇ ਜਾਣਾ ਪਏਗਾ ਕਿ ਸ਼ੁਰੂਆਤ ਕਿੱਥੋਂ ਹੋਈ, ਕਿਸ ਤਰ੍ਹਾਂ ਹੋਈ। ਸੋ ਤੁਸੀਂ ਉੱਤੇ ਜੇ ਪਹੁੰਚੇ ਹੋ। ਜਿਹੜੀ ਸਾਡੀ ਅਸੈਸਮੈਂਟ ਹੈਗੀ ਆ, ਆਈ ਥਿੰਕ ਇਟ ਗੋਜ਼ ਬੈਕ ਟੂ ਸਟੂਡੈਂਟ ਪੋਲਿਟਿਕਸ ਇਨ ਦ ਕਾਲਜਸ ਐਂਡ ਦ ਯੂਨੀਵਰਸਿਟੀਜ਼। ਉਸ ਤੋਂ ਬਾਅਦ ਛੋਟੀ ਮੋਟੀ ਘਟਨਾ ਦੇ ਵਿੱਚ ਇਨਵੋਲਵ ਹੋਣਾ, ਮੁੜ ਕੇ ਗਰੁੱਪਿਜ਼ਮ ਬਣ ਜਾਣਾ, ਤੇ ਫਿਰ ਵਨਸ ਥੀਸ ਪੀਪਲ ਗੋ ਟੂ ਜੇਲ, ਜਦੋਂ ਜੇਲ੍ਹ ਜਾਂਦੇ, ਇਹਨਾਂ ਦਾ ਕਨੈਕਟ ਹੋਣਾ ਦੂਜੇ ਗੈਂਗਸਟਰਸ ਦੇ ਨਾਲ ਜਾਂ ਦੂਜੇ ਕ੍ਰਿਮੀਨਲਸ ਦੇ ਨਾਲ, ਫਿਰ ਮੁੜ ਕੇ ਦੂਜੇ ਰਾਜਾਂ ਦੇ ਜੇਲ੍ਹਾਂ ਦੇ ਵਿੱਚ ਰਹਿਣਾ, ਉੱਥੇ ਦੇ ਗੈਟ ਦੇਅਰ ਕਨੈਕਸ਼ਨਸ ਵਿਚ ਬਿਕਮਸ ਇੰਟਰਸਟੇਟ। ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਹੁਣ ਪਿਛਲੇ ਕਾਫੀ ਸਮੇਂ ਤੋਂ ਅਸੀਂ ਆਬਜ਼ਰਵ ਕਰ ਰਹੇ ਹਾਂ, ਜੇ ਮੰਨ ਲਓ ਕਿ ਕ੍ਰਾਈਮ ਪੰਜਾਬ 'ਚ ਹੁੰਦਾ, ਤੁਸੀਂ ਦੇਖਿਆ ਹੋਣਾ ਵਿੱਕੀ ਮਿੱਡੂ ਖੇੜ ਵਾਲੇ ਕੇਸ ਦੇ ਵਿੱਚ ਤੇ ਸੰਦੀਪ ਨੰਗਲੰਬੀ ਵਾਲੇ ਕੇਸ ਦੇ ਵਿੱਚ ਸ਼ੂਟਰਸ ਬਾਹਰੋਂ ਆਏ ਸੀ, ਲੋਕਲ ਸਪੋਰਟ ਮਿਲੀ ਸੀ, ਇਟ ਵਾਸ ਅ ਕੰਬੀਨੇਸ਼ਨ। ਤੇ ਇਸ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਵੀ ਦੇਰ ਵਰ 2 ਮੋਡਿਊਲਸ, one out of the state module, one state module। ਜਿਹੜੀ ਗੱਡੀ ਅੱਗੇ ਸੀ ਉਹ ਦੂਜੀ ਬਾਹਰ ਦੀ ਸੀ, ਜਿਹੜੀ ਦਿੱਲੀ ਫੜੇ ਗਏ, ਔਰ ਇੱਕ ਪੰਜਾਬ ਦੀ ਸੀ। ਕਰੈਕਟ। ਤੇ ਲੌਜਿਸਟਿਕ ਸਪੋਰਟ ਲੋਕਲ ਲੈਵਲ ਤੇ ਪ੍ਰੋਵਾਈਡ ਕੀਤਾ ਗਿਆ। ਜਿਹੜੇ ਬੰਦੇ ਲੌਜਿਸਟਿਕ ਸਪੋਰਟ ਪ੍ਰੋਵਾਈਡ ਕਰ ਰਹੇ ਸੀ, ਉਹਨਾਂ ਨੂੰ ਗਾਹਾਂ ਤੋਂ ਗਾਹਾਂ ਨਹੀਂ ਪਤਾ ਸੀਗਾ ਕਿ ਕਿਹਦੇ ਕੋਲ ਕੀ ਜਾ ਰਿਹਾ। they were cut offs। So this is a very serious problem which calls for a coordinated approach between the different state polices, sharing of database, sharing of information and working on it together। And this ਕਹਿੰਦੇ ਕਿ ਇੱਕ ਸਾਂਝ ਚਾਹੀਦੀ ਹੈ, ਜਿਹੜੀ ਉਹ ਭਾਵੇਂ ਦਿੱਲੀ ਹੋਵੇ, ਹਰਿਆਣਾ ਹੋਵੇ, ਯੂਪੀ ਹੋਵੇ, ਸੋ ਇੱਕ ਟਾਸਕ ਫੋਰਸ ਜਿਹੜੀ ਕੰਟਰੀ ਵਾਈਜ਼ ਹੋ ਜੀ। ਐਂਡ ਦਿਸ ਇਸ ਪਾਰਟਿਕੂਲਰ ਕੇਸ ਦੇ ਵਿੱਚ ਤੁਸੀਂ ਇਹੀ ਆਬਜ਼ਰਵ ਕੀਤਾ ਹੋਣਾ ਹੈ ਕਿ ਇਸ ਕੇਸ ਦੇ ਸ਼ੁਰੂ ਤੋਂ ਹੀ ਅਸੀਂ ਦਿੱਲੀ ਪੁਲਿਸ ਨਾਲ ਵੀ ਇਨ ਟੱਚ ਸੀਗੇ, ਹਰਿਆਣਾ ਪੁਲਿਸ ਨਾਲ ਇਨ ਟੱਚ ਸੀਗੇ, ਰਾਜਸਥਾਨ ਪੁਲਿਸ ਨਾਲ ਇਨ ਟੱਚ ਸੀ, ਮਹਾਰਾਸ਼ਟਰ ਪੁਲਿਸ ਨਾਲ ਇਨ ਟੱਚ ਸੀਗੇ, ਉੱਤਰਾਂਚਲ ਪੁਲਿਸ ਨਾਲ ਇਨ ਟੱਚ ਸੀਗੇ। ਤੇ ਇਹ ਮੇਰੇ ਖਿਆਲ ਸੇ ਪਹਿਲਾ ਆਈ ਥਿੰਕ ਵਨ ਆਫ ਦ ਮੋਸਟ ਇੰਪੋਰਟੈਂਟ ਕੇਸਿਸ ਜਿਵੇਂ ਸਾਰੀ ਪੁਲਿਸ ਨੇ ਮਿਲ ਕੇ ਕੰਮ ਕੀਤਾ, ਐਂਡ ਇਨਕਲੂਡਿੰਗ ਆਲ ਸੈਂਟਰਲ ਏਜੰਸੀਜ਼ ਆਲਸੋ। ਜਿਵੇਂ ਅਸੀਂ ਆਇਡੈਂਟੀਫਾਈ ਕਰ ਲਿਆ ਕਿ ਅਨਮੋਲ ਬਿਸ਼ਨੋਈ ਜੋ ਹੈ, ਜਿਹੜਾ ਬੰਦਾ ਆ, ਇਹ ਜਨਵਰੀ ਮਹੀਨੇ ਦੇ ਵਿੱਚ ਬਾਹਰ ਨਿਕਲ ਗਿਆ ਸੀ। ਇਹਨੂੰ ਬਾਅਦ ਇਹ ਬਿਸ਼ਨੋਈ ਦਾ ਲਾਰੈਂਸ ਦਾ ਭਰਾ ਹੈ। ਤੇ ਜਿਹੜਾ ਸਚਿਨ ਬਿਸ਼ਨੋਈ ਹੈਗਾ, 22-23 ਅਪ੍ਰੈਲ ਦੇ ਆਸ-ਪਾਸ ਇਹ ਵੀ ਬਾਹਰ ਚੱਲ ਗਿਆ ਸੀ। ਤੇ ਇਹਨੇ ਕਿਸੇ ਨਿਊਜ਼ ਚੈਨਲ ਨੂੰ ਫੋਨ ਕਰਕੇ ਕਲੇਮ ਕੀਤਾ ਕਿ ਮੈਂ ਮੌਕੇ 'ਤੇ ਸੀਗਾ ਤੇ ਮੈਂ ਇਸ ਕੰਮ ਨੂੰ ਅੰਜਾਮ ਦਿੱਤਾ। ਇਹ ਸਾਰੀ ਗੱਲਾਂ ਸੀਗੀਆਂ ਇਨਵੈਸਟੀਗੇਸ਼ਨ ਨੂੰ ਦੂਜੇ ਪਾਸੇ ਲੈ ਜਾਣ ਵਾਸਤੇ। ਇਹਦੇ ਨਾਲ ਇਹਨਾਂ ਫਾਇਦਾ ਇਹ ਸੀਗਾ, ਸਚਿਨ ਬਿਸ਼ਨੋਈ ਬਾਹਰ ਨਿਕਲ ਗਿਆ ਸੀਗਾ, ਉਹਨੇ ਕਲੇਮ ਕਰ ਲਿਆ ਸੀਗਾ, ਲਾਰੈਂਸ ਜੇਲ੍ਹ ਦੇ ਵਿੱਚ ਸੀਗਾ, ਇਹ ਕਲੇਮ ਕਰਿਆ ਤਾਂ ਮੈਂ ਜੇਲ੍ਹ 'ਚ ਕੋਈ ਗੱਲ ਕਰ ਨਹੀਂ ਸਕਦਾ, ਕੁਝ ਸਾਰੇ ਦਾ ਬਚਾਅ ਹੋ ਜਾਣਾ ਸੀ, ਕਿ ਗੱਲ ਕਿਸੇ ਚੀਜ਼ ਲੱਗਣੀ ਨਹੀਂ ਸੀ। ਸੋਸ਼ਲ ਮੀਡੀਆ ਵੀ ਤੁਹਾਡੇ ਲਈ ਪ੍ਰੋਬਲਮ ਕ੍ਰੀਏਟ ਕਰ ਦਿੰਦਾ। ਕਈ ਵਾਰੀ ਗੈਂਗਸਟਰ ਆਪ ਫੋਨ ਕਰਕੇ ਕਹਿ ਦਿੰਦੇ ਜੀ ਇਹ ਅਸੀਂ ਇਸ ਲਈ ਕੀਤਾ ਕਿਉਂਕਿ ਉਹ ਪੰਥਕ ਰੰਗਤ ਦੇਣ ਦੀ ਕੋਸ਼ਿਸ਼ ਕਰਦੇ। ਸੋ ਇਹ ਕਾਫੀ ਕੁਝ ਚੱਲ ਰਿਹਾ ਹੈਗਾ। ਸਾਰੀ ਗੱਲਾਂ ਜਿਹੜੀਆਂ ਹੈਗੀਆਂ, ਮੇਰੀ ਸਲਾਹ ਸਾਰਿਆਂ ਨੂੰ ਇਹ ਹੈਗੀ ਹੈ ਕਿ ਟੂ ਟੇਕ ਇਟ ਵਿਦ ਅ ਪਿੰਚ ਆਫ ਸਾਲਟ। ਜਿਹੜੀ ਸਾਰੀ ਗੱਲਾਂ ਇਹ ਕਹਿ ਰਹੇ ਜ਼ਰੂਰੀ ਨਹੀਂ ਕਿ ਅਸਲੀਅਤ ਹੋਵੇ। ਤੇ ਪਲੱਸ ਜਦੋਂ ਕੋਈ ਵੀ ਪੁਲਿਸ ਤਫਤੀਸ਼ ਕਰ ਰਹੀ ਹੁੰਦੀ ਹੈ, ਕਈ ਵਾਰੀ ਬਹੁਤ ਸਾਰੀ ਗੱਲਾਂ ਆਈ ਵੁੱਡ ਲਾਈਕ ਟੂ ਰਿਕੁਐਸਟ ਦ ਮੀਡੀਆ ਚੈਨਲਸ ਆਲਸੋ, ਜਿਹੜਾ ਆਪਾਂ ਇੱਕ ਇੱਕ ਚੀਜ਼ ਸ਼ੋਅ ਕਰਨ ਲੱਗ ਜਾਂਦੇ ਆ, ਇਟ ਹੈਂਪਰਸ ਦ ਇਨਵੈਸਟੀਗੇਸ਼ਨ। ਐਂਡ ਸੈਕੰਡਲੀ that media should not try to investigate. They should try to wait for the facts as they come in front of us with authenticity and with proof. ਸਰ ਮੀਡੀਆ ਸਾਹਮਣੇ ਹੁਣ ਤੁਹਾਡੇ ਤੋਂ ਅਸੀਂ ਪ੍ਰੂਫ ਤਾਂ ਮੰਗ ਸਕਦੇ ਹਾਂ, ਪ੍ਰੂਫ ਨਹੀਂ ਮੰਗ ਸਕਦੇ, ਪਰ ਤੁਸੀਂ ਤਾਂ ਜਾਂਚ ਕੀਤੀ ਹੈ। ਜੋ ਕਿਹਾ ਜਾ ਰਿਹਾ ਹੈ ਕਿ ਇਹ ਜੋ ਸਾਰੀ ਸਾਜ਼ਿਸ਼ ਹੈ, ਇਹਦੇ ਵਿੱਚ ਵਿੱਕੀ ਮਿੱਡੂ ਖੇੜੇ ਦਾ ਕਤਲ ਦਾ ਨਾਮ ਹੈ। ਕੋਈ ਇਹ ਵੀ ਰਿਪੋਰਟ ਕਰ ਰਿਹਾ ਹੈ ਕਿ ਵੀ ਇਹ ਗੁਰਲਾਲ ਬਰਾੜ ਤੋਂ ਛੜੀ ਹੋਈ ਲੜਾਈ ਹੈ, ਜਿਹੜੀ ਇੰਨੇ ਦੇ ਤੋਂ ਚੱਲਦੀ ਆ ਰਹੀ ਹੈ, ਅਤੇ ਇਸੇ ਸਾਲ ਵਿੱਚ ਜਿਹਨੇ ਸਿੱਧੂ ਨੂੰ ਮਾਰਿਆ ਉਹਨੇ 11 ਹੋਰ ਕਤਲ ਕੀਤੇ। ਇਹਦੇ ਵਿੱਚ ਕੀ ਸੱਚਾਈ ਹੈ? ਮੈਂ ਇਸ ਕੇਸ ਦੇ ਬਾਰੇ ਗੱਲ ਕਰਦਾ ਹਾਂ।
ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਸੀਗਾ ਪਿਛਲੇ ਸਾਲ ਅਗਸਤ ਦੇ ਮਹੀਨੇ ਦੇ ਵਿੱਚ 2021 ਚ। ਗੁਰਲਾਲ ਦਾ ਸਭ ਤੋਂ ਪਹਿਲਾਂ ਕਹਿੰਦੇ ਇਸ ਕੜੀ 'ਚ ਪਹਿਲਾ ਕਤਲ ਜਿਹੜਾ ਸੀ ਉਹ ਗੁਰਲਾਲ ਦਾ ਸੀ। ਮੈਂ ਕੜੀ ਦੀ ਗੱਲ ਨਹੀਂ ਕਰਦਾ ਪਿਆ ਬਿਕੋਜ਼ ਇਹਦੇ ਨਾਲ ਉਹ ਕੜੀ ਜੁੜਦੀ ਨਹੀਂ ਜੁੜਦੀ। ਮੈਂ ਗੱਲ ਕਰ ਰਿਹਾ ਇਸ ਕੇਸ ਦੇ ਬਾਰੇ। ਇਸ ਕੇਸ ਦੇ ਵਿੱਚ ਹੋਇਆ ਕੀ ਸੀ ਕਿ ਲਾਰੈਂਸ ਤੇ ਵਿੱਕੀ ਮਿੱਡੂ ਖੇੜਾ ਕਾਫੀ ਆਪਸ ਚ ਕਲੋਜ਼ ਸੀਗੇ, ਭਰਾ ਵਰਗੇ ਸੀ। ਲਾਰੈਂਸ ਦਾ ਇੱਕ ਪਰਸੀਵਡ ਓਪੀਨੀਅਨ ਸੀਗਾ ਕਿ ਜਦੋਂ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਸੀਗਾ, ਉਹਦੇ ਚ ਦਿੱਲੀ ਪੁਲਿਸ ਦੀ ਤਫਤੀਸ਼ ਦੇ ਵਿੱਚ ਇੱਕ ਬੰਦੇ ਦਾ ਨਾਮ ਆਇਆ ਸੀਗਾ ਸ਼ਗਨਪ੍ਰੀਤ, ਜਿਹੜਾ ਕਿ ਨੋਨ ਬੰਦਾ ਸੀਗਾ ਸਿੱਧੂ ਮੂਸੇਵਾਲੇ ਦਾ। ਜੋ ਮੀਡੀਆ 'ਚ ਕਲੇਮ ਕੀਤਾ ਮੈਨੇਜਰ ਸੀ, ਕੋਈ ਮੈਨੇਜਰ ਨਹੀਂ ਸੀਗਾ, ਹੀ ਵਾਸ ਅ ਨੋਨ ਮੈਨ ਟੂ ਹਿਮ। ਬਸ ਉਹਨੂੰ ਜਾਣਦੇ ਸੀਗੇ, ਚੰਗੀ ਤਰ੍ਹਾਂ ਜਾਣਦੇ ਸੀਗੇ। ਸਮਹਾਉ ਲਾਰੈਂਸ ਇਨ ਹਿਜ਼ ਓਨ ਮਾਈਂਡ ਇਹਨੇ ਕਨੈਕਟ ਕਰ ਲਿਆ ਕਿ ਇਹਦੇ ਵਿੱਚ ਸਿੱਧੂ ਮੂਸੇਵਾਲੇ ਦਾ ਹੱਥ ਹੈ, ਜਦੋਂ ਕਿ ਐਸੀ ਕੋਈ ਗੱਲ ਨਹੀਂ, ਕੋਈ ਫੈਕਟ ਨਹੀਂ, ਨਥਿੰਗ ਟੂ ਇਵਨ ਇੰਡੀਕੇਟ ਟੁਵਰਡਸ ਦੈਟ। ਤੇ ਉਸ ਗੱਲ ਦੀ ਕਹਾਣੀ ਬਣਾ ਕੇ ਇਹਨੇ ਦੁਸ਼ਮਣੀ ਪਾ ਲਈ ਤੇ ਇਹ ਟਾਸ ਦਿੱਤਾ। ਸੋ ਬੇਸਿਕਲੀ ਜੋ ਅਨਵੈਰੀਫਾਈਡ ਫੈਕਟ ਸੀ, ਸੋ ਮੀਡੀਆ ਦਾ ਵੀ ਕਿਰਦਾਰ ਇਹਦੇ ਵਿੱਚ ਆਉਂਦਾ, ਕਿਉਂਕਿ ਤੁਸੀਂ ਇੱਕ ਛੋਟੀ ਜਿਹੀ ਗੱਲ ਨੂੰ ਇੰਨਾ ਵੱਡਾ ਬਣਾ ਲਿਆ ਕਿ ਲਾਰੈਂਸ ਨੇ ਸਿੱਧੂ ਨੂੰ ਨਿਸ਼ਾਨਾ ਬਣਾ ਲਿਆ। ਜਿਹੜੀ ਗੱਲ ਸਾਡੇ ਸਾਹਮਣੇ ਹੈ ਉਹ ਤੇ ਹੈ ਕਿ ਇਹ ਤਫਤੀਸ਼ ਦੇ ਵਿੱਚ ਸਾਨੂੰ ਕੋਈ ਰਿਲੇਸ਼ਨਸ਼ਿਪ ਮਿਲੀ ਨਹੀਂ, ਦੇਸ਼ ਕਨੈਕਟ ਮਿਲਿਆ ਨਹੀਂ। ਅਦਰਵਾਈਜ਼ ਸਿੱਧੂ ਮੂਸੇਵਾਲਾ ਦਾ ਕੋਈ ਕਿਸੇ ਵੀ ਗੈਂਗਸਟਰ ਨਾਲ ਕੋਈ ਲਿੰਕ ਨਹੀਂ ਬੰਦਾ। ਨਥਿੰਗ ਇਨ ਐਨੀ ਗੈਂਗਸਟਰ ਐਕਟੀਵਿਟੀ ਔਰ ਐਨੀ ਕ੍ਰਿਮੀਨਲ ਐਕਟੀਵਿਟੀ। ਮਤਲਬ ਕੋਈ ਕਾਰਨ ਨਹੀਂ ਸੀ ਉਹਦਾ ਮਾਰੇ ਜਾਣੇ ਦਾ ਅਪਾਰਟ ਫਰੋਮ ਲਾਰੈਂਸ ਦਾ ਆਪਣਾ ਕਨਵਿਕਸ਼ਨ। ਦਿਸ ਇਜ਼ ਮਤਲਬ ਇਹ ਸਾਡੀ ਕਲੈਕਟਿਵ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ। ਬਿਲਕੁਲ ਬਣਦੀ ਹੈ ਜੀ, ਤਾਂ ਹੀ ਮੈਂ ਵਾਰ-ਵਾਰ ਰਿਕੁਐਸਟ ਕਰ ਰਿਹਾ ਕਿ ਕੋਈ ਆਥੈਂਟਿਕ ਚੀਜ਼ ਹੈ ਉਹਨਾਂ ਦੇ ਬਾਰੇ ਗੱਲ ਕਰਨੀ ਚਾਹੀਦੀ, ਤੇ ਕੋਈ ਜਦੋਂ ਤੱਕ ਕੋਈ ਚੀਜ਼ ਵੈਰੀਫਾਈ ਨਾ ਹੋ ਉਹਨੂੰ ਇੱਦਾਂ ਨਹੀਂ ਦਿਖਾਉਣਾ ਚਾਹੀਦਾ ਇਸ ਤਰ੍ਹਾਂ ਕਿ ਜਿਵੇਂ ਇਹ ਸੱਚ ਹੀ ਹੈ। ਇਹ ਆਈ ਥਿੰਕ ਸਨਸਨੀਖੇਜ਼ ਦੀ ਥੋੜੀ ਜਿਹੀ ਪ੍ਰੋਬਲਮ ਬਣ ਗਈ ਜਿਹੜੀ ਸਾਡੇ ਪੂਰੇ ਮੀਡੀਆ ਨੂੰ ਖਾ ਰਹੀ ਹੈ, ਬਟ ਚਲੋ ਅੱਗੋਂ ਤਾਂ ਆਈ ਹੋਪ ਅਸੀਂ ਧਿਆਨ ਰੱਖਾਂਗੇ ਬਿਕੋਜ਼ ਜੋ ਲਾਸ ਹੈ ਪੂਰੇ ਪੰਜਾਬ ਨੇ ਇਹ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈਗੀ ਆ। ਸਰ ਕਮਿੰਗ ਬੈਕ ਟੂ ਦਿਸ, ਗੈਂਗਸਟਰ ਹੁਣ ਸਾਡੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਟੇਟਸ ਦੇ ਵਿੱਚ ਹਿੱਸਾ ਬਣ ਗਿਆ ਹੈ, ਹੁਣ ਕੈਨੇਡਾ ਵਿੱਚ ਵੀ ਬੈਠੇ ਨੇ। ਸੋ ਅਸੀਂ ਇੰਟਰਪੋਲ ਨਾਲ ਜੋ ਗੱਲਬਾਤ ਚੱਲ ਰਹੀ ਹੈਗੀ ਹੈ ਉਹਦੇ ਵਿੱਚ ਕਿੰਨਾ ਅੱਗੇ ਵਧਦੇ ਹਾਂ। ਇੱਕ ਕਿਹਾ ਜਾਂਦਾ ਹੈ ਕਿ 19 ਤਰੀਕ ਨੂੰ ਰੈੱਡ ਨੋਟਿਸ ਭੇਜਿਆ ਗਿਆ ਸੀਗਾ ਗੋਲਡੀ ਬਰਾੜ ਲਈ, ਉਹਦੀ ਕੀ ਸੱਚਾਈ ਹੈ? ਬਿਕੋਜ਼ ਅਗੇਨ ਫਿਰ ਉਸ रेड कॉर्नर नोटिस के सारे प्रोसीजर्स चल रहे हैं। पंजाब पुलिस इज़ इन टच विद द सेंट्रल एजेंसीज एंड कैनेडियन सेंट्रल एजेंसीज के थ्रू ही सारी चीज़ें ऑपरेट होती हैं एंड आई एम श्योर दैट वेरी सून विल बी एबल टू गिव सम वेरी डेफिनेटिव रिजल्ट्स ऑन दिस। ਸਰ ਜੇ ਤੁਸੀਂ ਗੋਲਡੀ ਬਰਾੜ ਨੂੰ ਨੋਟਿਸ ਭੇਜਿਆ ਸੀ, ਰੈੱਡ ਕਾਰਨਰ ਨੋਟਿਸ ਕੱਢਿਆ ਸੀ ਉਹਦੇ ਲਈ, 19 ਨੂੰ ਕੱਢ ਲਿਆ ਸੀ, ਸੋ ਇਸ ਤੋਂ ਪਹਿਲੇ ਵੀ ਤੁਸੀਂ ਉਹਦੇ ਬਾਰੇ ਕੁਝ ਜਾਣਦੇ ਹੋਵੋਗੇ, ਬਟ ਕੀ ਤੁਹਾਨੂੰ ਕਿੱਥੇ ਇਹ ਨਹੀਂ ਪਤਾ ਚੱਲਿਆ ਕਿ ਸਿੱਧੂ ਮੂਸੇਵਾਲਾ ਵੀ ਖਤਰੇ ਵਿੱਚ ਹੈਗਾ? ਮੈਡਮ ਇੰਡੀਕੇਸ਼ਨ ਸੀਗੇ, ਸਿਕਿਉਰਿਟੀ ਵੀ ਪ੍ਰੋਵਾਈਡ ਕੀਤੀ ਗਈ ਸੀਗੀ, ਇਨਫੈਕਟ ਇੰਸੀਡੈਂਟ ਵੇਲੇ ਵੀ ਸਿਕਿਉਰਿਟੀ ਸੀਗੀ ਨਾਲ, ਬਟ ਉਹ ਘਟਾਈ ਗਈ ਸੀ ਔਰ ਉਹਦੇ ਬਾਰੇ ਇੰਨੀ ਖੁੱਲੀ ਜਾਣਕਾਰੀ ਹੈ ਬਿਕੋਜ਼ ਹੁਣ ਜੋ ਦਿੱਲੀ ਪੁਲਿਸ ਕਹਿੰਦੀ ਹੈ ਕਿ ਵੀ ਕਿਉਂਕਿ ਉਹ ਸਿਕਿਉਰਿਟੀ ਘਟਾਏਗੀ, ਇਹ ਉਹ ਕੇਕੜੇ ਨੇ ਦੱਸਿਆ ਤੇ ਇਸ ਕਾਰਨ ਉਹਦਾ ਕਤਲ। ਮੈਂ ਇਹਨੂੰ ਕਹਿਣਾ ਚਾਹੁੰਦਾ ਕਿ ਇਸ ਬਾਰੇ ਕਿ ਜੇ ਜੋ ਦੋ ਬੰਦੇ ਨਾਲ ਸੀ, ਜੇ ਉਹ ਨਾਲ ਹੁੰਦੇ ਸ਼ਾਇਦ ਇੰਸੀਡੈਂਟ ਨਹੀਂ ਸੀ ਹੋਣਾ। ਸੋ ਤੁਸੀਂ ਮੰਨਦੇ ਹੋ ਕਿ ਜਿਹੜੇ ਦੋ ਸੀ ਉਹ ਕਾਫੀ ਸੀਗੇ? ਸੀ ਥ੍ਰੈਟ परसेप्शन तो सारी एजेंसीज मिल के उसको एंटिसिपेट कर दी हैं, बट जे सुरक्षा कर्मी नाल भी होंदे तो ये प्रिवेंट हो सकता सी। ਪਰ ਜਦ ਪਹਿਲੇ ਤੁਸੀਂ ਗੋਲਡੀ ਬਰਾੜ ਵਾਸਤੇ ਨੋਟਿਸ ਕੱਢਿਆ ਉਦੋਂ ਕੋਈ ਇੰਡੀਕੇਸ਼ਨ ਸੀ ਕਿ ਸਿੱਧੂ ਮੂਸੇਵਾਲਾ ਇਸ ਕਨੈਕਸ਼ਨ ਵਿੱਚ ਫਸਿਆ ਜਾ ਸਕਦਾ ਹੈਗਾ? मैडम जे ਇਹ ਜੀ ਕੋਈ ਇੰਡੀਕੇਸ਼ਨ ਹੁੰਦੀ ਹੈ, ਸਾਡੇ ਕੋਲ ਕੋਈ ਕਲੀਅਰ ਕੱਟ ਐਵੀਡੈਂਸਸ ਹੁੰਦੇ ਤੇ ਵੀ ਵੁੱਡ ਹੈਵ ਸਰਟਨਲੀ ਪ੍ਰੀਵੈਂਟਡ दैट, but definitely it calls for that we have to pull up our socks and we have to get more proactive on this front. ਸਰ ਮੈਨੂੰ ਇੱਕ ਗੱਲ ਦੱਸੋ, ਅੱਜ ਅਸੀਂ ਦੇਖ ਰਹੇ ਹਾਂ ਕਿ ਜੇਲ੍ਹਾਂ ਵਿੱਚੋਂ, ਭਾਵੇਂ ਉਹ ਤਿਹਾੜ ਜੇਲ੍ਹ ਹੋਵੇ, ਭਾਵੇਂ ਉਹ ਕਪੂਰਥਲਾ ਜੇਲ੍ਹ ਹੋਵੇ, ਭਾਵੇਂ ਉਹ ਕਿਤੇ ਹੋਰ ਜੇਲ੍ਹ ਹੋਵੇ, ਆਰਾਮ ਨਾਲ ਅੰਦਰ ਫੋਨ ਜਾ ਰਹੇ ਹੈ। ਗੈਂਗਸਟਰ ਬੜੇ ਆਰਾਮ ਨਾਲ ਇੱਕ ਦੂਜੇ ਨਾਲ ਗੱਲ ਜਿੰਨੀ ਵੀ ਸਾਨੂੰ ਆਰਾਮ ਲੱਗਦਾ ਕਿ ਅਸੀਂ ਸੋਚਦੇ ਹਾਂ ਕਿ ਜੇਲ੍ਹ ਇੱਕ ਬਹੁਤ ਬੜੀ 4 ਦੀਵਾਰਾਂ ਵਿੱਚ ਬੰਦਾ ਬੰਦ ਹੈ, ਪਰ ਜੇ ਉੱਥੇ ਉਹਨਾਂ ਕੋਲ ਆਰਾਮ ਨਾਲ 4G ਹੈ, 5G ਹੈ, ਜਿੱਦਾਂ ਨਾਲ ਉਹ ਗੱਲ ਕਰ ਪਾ ਰਹੇ ਨੇ। ਇਹਦੇ ਵਿੱਚ ਪੁਲਿਸ ਦੀ ਸ਼ਾਮਲੀਅਤ ਵੀ ਆਉਂਦੀ ਹੈਗੀ, ਜਿਹੜੇ ਜੇਲ੍ਹ ਅਧਿਕਾਰੀ, ਤੁਸੀਂ ਉਸ ਐਂਗਲ ਨੂੰ ਵੀ ਐਕਸਪਲੋਰ ਕਰ ਰਹੇ ਹੋ? ਇਸ ਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਜੇਲ੍ਹ 'ਚੋਂ ਭਾਵੇਂ ਕੋਈ ਵੀ ਕ੍ਰਿਮੀਨਲ ਹੈਗਾ, ਜੇ ਉਹਦੇ ਕੋਲੇ ਕਮਿਊਨੀਕੇਸ਼ਨ ਦੇ ਸਾਧਨ ਉਪਲਬਧ ਹੈਗੇ ਆ ਤਾਂ ਦਿਸ ਡੈਫੀਨਿਟਲੀ ਇਜ਼ ਇਹ ਪ੍ਰੋਬਲਮ ਹੈਗੀ ਹੈ ਜੇਲ੍ਹ ਐਡਮਿਨਿਸਟ੍ਰੇਸ਼ਨ ਵਾਸਤੇ, ਪੰਜਾਬ ਪੁਲਿਸ ਵਾਸਤੇ, ਕਿਸੇ ਪੁਲਿਸ ਵਾਸਤੇ। पर इस पे पंजाब पुलिस ऑलरेडी काम कर रही है, जेल एडमिनिस्ट्रेशन जेल प्रेजेंस डिपार्टमेंट ऑलरेडी काम कर रहा है, स्पेशल टास्क फोर्स ऑलरेडी काम कर रही है, AGTF भी इस पे काम कर रहे हैं। वी आर इन टच विद
ਸਰਟਨ ਏਜੰਸੀ ਜਿਹੜੇ ਕਿ ਸਾਨੂੰ ਇਹਦੇ ਬਾਰੇ ਟੈਕਨੀਕਲ ਅਸਿਸਟੈਂਸ ਪ੍ਰੋਵਾਈਡ ਕਰ ਸਕਦੇ ਹੈ ਕਿ ਜਿਹੜੇ ਜਿਹਨੂੰ ਇਸਤੇਮਾਲ ਕਰਕੇ ਅਸੀਂ ਇਹਨੂੰ ਕਮਿਊਨੀਕੇਸ਼ਨ ਪ੍ਰੂਫ ਬਣਾ ਸਕੀਏ, ਬਿਕਾਜ਼ ਦਿਸ ਇਜ਼ ਅ ਵੈਰੀ ਇੰਪੋਰਟੈਂਟ ਏਜੰਡਾ। ਜੇ ਅਸੀਂ ਇਸ ਕਾਮਯਾਬ ਹੁੰਦੇ ਹਾਂ ਤਾਂ ਆਈ ਐਮ ਸ਼ੋਰ ਵੀਲ ਬੀ ਏਬਲ ਟੂ ਕੱਟ ਦੀ ਆਰਮਸ ਐਂਡ ਲਿੰਬਸ ਆਫ ਦਿਸ ਕਮਿਊਨਿਟੀਜ਼ ਇਨ ਟੂ ਇੰਪਲੀਮੈਂਟ these ਐਕਟਸ। ਸਰ ਤੁਹਾਡਾ ਇੱਕ ਕੰਮ ਤੇ ਹੈ ਕਿ ਹੁਣ ਜੋ ਕ੍ਰਾਈਮ ਹੋ ਗਿਆ ਉਹਨੂੰ ਤੁਸੀਂ ਲੱਭਣਾ ਹੈ, ਪਰ ਅੱਗੇ ਰੋਕਣ ਵਾਸਤੇ ਕੀ ਤੁਸੀਂ ਪਲੈਨਿੰਗ ਕਰ ਰਹੇ ਹੋ? ਮੈਡਮ ਐਂਟੀ ਗੈਂਗਸਟਰ ਟਾਸਕ ਫੋਰਸ ਹੁਣ 2.5 ਤੋਂ ਵੱਧ ਮਹੀਨਾ ਹੋ ਗਿਆ ਕ੍ਰੀਏਟ ਹੋਈ ਹੈ। ਨਾਓ ਜਦੋਂ ਤੱਕ ਤੋਂ ਸਾਡੀ ਫਾਰਮੇਸ਼ਨ ਹੋਈ ਹੈ, ਸਪੈਸ਼ਲ ਡਰਾਈਵ ਚਲਾਏ ਗਏ ਹੈ, 150 ਦੇ ਲਗਭਗ ਕ੍ਰਿਮੀਨਲਸ ਨੂੰ ਅਰੈਸਟ ਕੀਤਾ ਜਾ ਚੁੱਕਿਆ ਹੈ ਵਿਦ ਅ ਲਾਰਜ ਅਮਾਊਂਟ ਆਫ ਰਿਕਵਰੀ ਆਫ ਆਰਮਸ ਐਂਡ ਐਮੂਨੀਸ਼ਨ। ਇਸ ਤੋਂ ਇਲਾਵਾ ਸਾਡੀ ਫੋਕਸਡ ਅਪਰੋਚ ਇਹ ਵੀ ਹੈ ਕਿ ਜਿਹੜੇ ਸਾਡੇ ਲਿਸਟਡ ਕ੍ਰਿਮੀਨਲਸ ਹੈਗੇ, ਜਿਹੜੇ ਸਾਡੀ ਨੌਲੇਜ ਦੇ ਵਿੱਚ ਹੈਗੇ ਆ, ਉਹਨਾਂ ਦੇ ਖਿਲਾਫ ਸਸਟੇਨਡ ਕਾਰਵਾਈ ਚਲਾਈ ਜਾਵੇ, ਉਹਨਾਂ ਦੇ ਖਿਲਾਫ ਕਾਂਸਟੈਂਟ ਸਰਵੇਲੈਂਸ ਰੱਖੀ ਜਾਵੇ। ਇਹਦੇ ਵਿੱਚ ਸਾਰੇ ਜ਼ਿਲ੍ਹਾ ਪੁਲਿਸ ਯੂਨਿਟਸ ਸਾਰੇ ਐਕਟੀਵੇਟ ਹੋ ਰੱਖੀਆਂ, ਦੇ ਆਰ ਆਲ ਵਰਕਿੰਗ ਔਨ ਦਿਸ। ਅਪਾਰਟ ਫਰੋਮ ਦਿਸ ਜਿਹੜਾ ਕੋਆਰਡੀਨੇਸ਼ਨ ਚਾਹੀਦਾ ਹੁੰਦਾ ਇਸ ਨੂੰ ਕੰਟਰੋਲ ਕਰਨ ਵਾਸਤੇ ਵਿਦ ਆਲ ਦੀ ਅਦਰ ਸਟੇਟਸ ਐਂਡ ਅਦਰ ਏਜੰਸੀਜ਼ ਦੈਟ ਵੀ ਆਰ ਡੂਇੰਗ। ਇਸ ਤੋਂ ਇਲਾਵਾ ਜਿੱਥੋਂ ਤੱਕ ਪ੍ਰੀਵੈਂਸ਼ਨ ਦਾ ਆਸਪੈਕਟ ਹੈ, ਵੀ ਆਰ ਸਟਰੈਂਥਨਿੰਗ ਆਰ ਇੰਟੈਲੀਜੈਂਸ, we are strengthening our source information base। ਸਾਰੇ ਜ਼ਿਲ੍ਹਾ ਪੁਲਿਸ ਨੂੰ ਵੀ ਹਦਾਇਤ ਹੈ ਕਿ ਜੋ ਉਹਨਾਂ ਦੀ ਆਪਣੀ ਗਰਾਊਂਡ ਲੈਵਲ ਫੀਲਡ ਇੰਟੈਲੀਜੈਂਸ ਇਹਨੂੰ ਸਟਰੈਂਥਨ ਕੀਤਾ ਜਾਵੇ। ਤੇ ਟੈਕਨੀਕਲ ਅਸਿਸਟੈਂਸ ਜਿੱਥੋਂ ਲੋਡ ਹੈਗੀ ਹੈ, ਵੀ ਆਰ ਡਿਵੈਲਪਿੰਗ ਆਰ ਕੈਪੈਸਿਟੀ ਐਂਡ ਵੀ ਆਰ ਆਲਸੋ ਇਨ ਫੁੱਲ ਕੋਆਰਡੀਨੇਸ਼ਨ ਵਿਦ ਆਲ ਦ ਡਿਸਟ੍ਰਿਕਟ ਯੂਨਿਟਸ ਓਵਰ ਦਿਸ। ਸਰ ਜੋ ਜਿਵੇਂ ਹੁਣੇ ਪਿੱਛੇ ਇੱਕ ਹੈਂਡ ਗ੍ਰੇਨੇਡ ਨਾਲ ਅਟੈਕ ਹੋਇਆ, ਉਸ ਤੋਂ ਬਾਅਦ ਇਹੋ ਜਿਹੇ ਅੰਤੇ ਜੋ ਗੱਲਾਂ ਨਿਕਲ ਕੇ ਆ ਰਹੀਆਂ, ਸੌਰੀ ਮੈਂ ਤੁਹਾਨੂੰ ਪੁੱਛ ਰਹੀ ਹਾਂ, ਬਟ ਉਹ ਡਰ ਹੁਣ ਲੋਕਾਂ ਦੇ ਦਿਲ ਵਿੱਚ ਵਸ ਕੇ ਹੈ ਕਿ ਵੀ ਇਹ ਪੰਜਾਬ ਹੈ ਜਿੱਥੇ ਹੈਂਡ ਗ੍ਰੇਨੇਡ ਔਰ ਗੈਂਗਸਟਰਸ ਕੋਲ ਲਾਂਚਰਸ ਹੈਗੇ ਹੈ। ਸੋ ਉਹ ਫਿਰ ਕੱਲ੍ਹ ਮੁੱਦਾ ਜਦ ਉੱਠਿਆ ਵਿਧਾਨ ਸਭਾ ਵਿੱਚ ਤਾਂ ਇਹੀ ਕਿਹਾ ਗਿਆ ਕਿ ਬਾਰਡਰ ਪਾਰ ਤੋਂ ਆ ਰਹੇ, ਸਾਨੂੰ ਇਹ ਕਿਹਾ ਜਾਂਦਾ ਦੱਸਿਆ ਜਾਂਦਾ ਕਿ ਡਰੋਨ ਹੁਣ ਭਾਰੀ ਸਮਾਨ ਚੁੱਕ ਕੇ ਲੈ ਕੇ ਆ ਰਹੇ। ਜਦ ਸੈਂਟਰਲ ਵੀ ਇਸ ਬਾਰੇ ਜਾਣੂ ਹੈ, ਤਦੀ ਉਹਨਾਂ ਨੇ ਸ਼ਾਇਦ BSF ਦਾ ਦਾਇਰਾ 50 ਕਿਲੋਮੀਟਰ ਤੱਕ ਕਰਿਆ, ਉਸ ਦੇ ਬਾਵਜੂਦ ਇੰਨਾ ਭਾਰੀ ਅਸਲਾ ਆਈ ਜਾ ਰਿਹਾ ਹੈਗਾ, ਇਸ ਤੋਂ ਜ਼ਿਆਦਾ ਕੀ ਕੀਤਾ ਜਾ ਸਕਦਾ ਹੈ? ਜੀ ਇਸਕੇ ਬਾਰੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਸਾਰਿਆਂ ਨੂੰ ਪਤਾ ਹੈ ਦੈਟ ਵੀ ਆਰ ਅ ਬਾਰਡਰ ਸਟੇਟ ਐਂਡ ਵੀ ਆਰ ਨਾਟ ਫਰੈਂਡਲੀ ਵਿਦ ਪੀਪਲ ਅਕ੍ਰੋਸ ਦ ਬਾਰਡਰ, ਅਤੇ ਉਹਨਾਂ ਵੱਲੋਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ। ਇਸ ਤੋਂ ਅਪਾਰਟ ਜਿਹੜੀ ਸਾਰੀ ਗੱਲਾਂ ਚੱਲਦੀਆਂ ਪਈਆਂ, ਇਟ ਹੈਜ਼ ਬੀਨ ਅ ਕੰਟੀਨਿਊਸ ਥਿੰਗ। ਇਹ ਤਾਂ ਹੈ ਨਹੀਂ ਕਿ ਕੋਈ ਆਜ ਹੋ ਗਈ, ਤਾਂ ਕੰਟੀਨਿਊਸ ਸੇ ਚਲੀ ਜਾਂਦਾ। ਜਿਸ ਦੇ ਵਾਸਤੇ ਇੰਪੋਰਟੈਂਟ ਇਹ ਹੈ ਵੀ ਹੈਵ ਟੂ ਇਨਕਰੀਜ਼ ਆਰ ਕੈਪੈਸਿਟੀ ਵਿਚ ਵੀ ਆਰ ਡੂਇੰਗ ਐਨੀਵੇ, ਦੈਟ ਇਜ਼ ਵਾਈ AGTF ਹੈਜ਼ ਬੀਨ ਕ੍ਰੀਏਟਡ। ਜਿਵੇਂ ਸਾਡੇ ਪੰਜਾਬ ਪੁਲਿਸ 'ਚ ਸਪੈਸ਼ਲ ਟਾਸਕ ਫੋਰਸ ਅਲੱਗ ਵਿੰਗ ਬਣਾ ਦਿੱਤਾ ਗਿਆ ਫॉर ਡਰੱਗਸ। AGTF ਹੈਜ਼ ਕਮ ਇਨ ਫॉर ਕ੍ਰਿਮੀਨਲਸ ਐਂਡ ਗੈਂਗਸਟਰਸ। Then there are other intelligence and counter-intelligence units. We are working in full coordination and we are now building up on anticipation, on preemption to ensure ਕਿ ਇਹੋ ਜਿਹੀ ਘਟਨਾਵਾਂ ਨਾ ਹੋਣ। ਜਿੱਥੋਂ ਤੱਕ ਪਬਲਿਕ ਦੇ ਵਿੱਚ ਤੁਸੀਂ ਕਹਿ ਰਹੇ ਕਿ ਡਰ ਦਾ ਮਾਹੌਲ ਹੈ, ਐਸਾ ਕੁਛ ਹੈ, ਲੈਟ ਮੀ ਅਸ਼ੋਰ ਦੈਮ ਸਾਰੀ ਕੀ ਸਾਰੀ ਪੰਜਾਬ ਪੁਲਿਸ, ਸਾਰੀ ਫੀਲਡ ਯੂਨਿਟਸ, ਸਾਰੀ ਹੈਡਕੁਆਟਰ ਲੈਵਲ ਯੂਨਿਟਸ, we are duty bound also and professionally also we are required to ensure that they feel safe and we leave no stone unturned to let it be. ਸਰ ਤੁਸੀਂ ਬਹੁਤ ਕੋਸ਼ਿਸ਼ਾਂ ਕਰ ਰਹੇ ਹੋ, ਇਸ ਵਕਤ ਮਾੜਾ ਲੱਗਦਾ ਪੁੱਛਣਾ, ਬਟ ਇੱਕ ਪੰਜਾਬ ਵਿੱਚ ਲੋਕਾਂ ਨੂੰ ਵਰਦੀ 'ਤੇ ਵਿਸ਼ਵਾਸ ਘੱਟ ਹੈਗਾ। ਇੱਥੇ ਇਹ ਵੀ ਅਸੀਂ ਦੇਖਦੇ ਹਾਂ ਕਿ ਲੋਕ ਜਿਵੇਂ ਹੁਣ ਲਾਰੈਂਸ ਬਿਸ਼ਨੋਈ ਨੇ ਕਹਿਤਾ ਕਿ ਮੇਰਾ 3rd ਡਿਗਰੀ ਟੌਰਚਰ ਹੋ ਰਿਹਾ ਹੈਗਾ, ਸੋ ਉਹ ਫਟਾਫਟ ਲੋਕ ਮੰਨ ਲੈਂਦੇ ਭਾਵੇਂ ਲਾਰੈਂਸ ਲਈ ਕਿਸੇ ਦਾ ਦਿਲ ਨਾ ਦੁਖੇ। ਸੋ ਜਿਹੜੇ ਇੰਟਰਨਲ ਸਿਸਟਮਸ ਹੈ ਉੱਤੇ ਵੀ ਕੰਮ ਕੀਤਾ ਜਾ ਰਿਹਾ ਕਿਉਂਕਿ ਉਹ ਵਿਸ਼ਵਾਸ ਵੀ ਚਾਹੀਦਾ ਹੈ, ਡਰ ਦੇ ਨਾਲ ਵਿਸ਼ਵਾਸ। ਮੈਡਮ ਮੇਰਾ ਇਹ ਅਸ਼ੋਰੈਂਸ ਹੈ ਪੰਜਾਬ ਦੇ ਲੋਕਾਂ ਨੂੰ ਕਿ ਕੋਈ ਡਰ ਦੀ ਲੋੜ ਨਹੀਂ। ਸਾਰੇ SSPs, CPs, IGs, DIGs ਜਿਹੜੇ ਸੈਂਸਿਟਾਈਜ਼ਡ ਹੈਗੇ, ਦੇ ਆਰ ਆਲ ਵਰਕਿੰਗ ਡੇ ਐਂਡ ਨਾਈਟ, ਆਲ ਆਰ central units are working day and night. We assure them that we are there to work 24 hours for them and provide them all security. So ਤੁਸੀਂ ਲੋਕਾਂ ਨੂੰ ਇਹ ਦਿਓ ਕਿ 24 ਘੰਟੇ ਕੰਮ ਕਰੋਗੇ definitely ਔਰ ਦਾਇਰੇ ਵਿੱਚ ਰਹਿ ਕੇ ਕੰਮ ਕਰੋਗੇ। Definitely we are committed to our duties and we are committed to giving results. ਸਰ ਸਾਡਾ ਜੁੜਨ ਲਈ ਬਹੁਤ ਬਹੁਤ ਧੰਨਵਾਦ। ਆਖਿਰ ਵਿੱਚ ਇੱਕ ਸਵਾਲ ਪੁੱਛਾਂ, ਇੱਕ ਗੈਂਗਸਟਰ ਔਰ ਇੱਕ ਆਮ ਇਨਸਾਨ ਵਿੱਚ ਕਿੰਨਾ ਫਰਕ ਹੁੰਦਾ? ਗੈਂਗਸਟਰ ਜਿਹੜਾ ਹੈ ਅੰਡਰਵਰਲਡ ਗੈਂਗਸਟਰ, ਇਹ ਕੁਝ ਫਰਕ ਹੁੰਦੇ ਹੈਗੇ? ਮੈਡਮ ਇਹ ਸਾਰੇ ਜਦ ਪੁਲਿਸ ਦੀ ਵਰਦੀ ਸਾਹਮਣੇ ਆਉਂਦੇ ਉਹ ਆਮ ਹੀ ਬਣ ਜਾਂਦੇ ਨੇ। ਕ੍ਰਿਮੀਨਲਸ ਨੂੰ ਕਵਰ ਕੀਤਾ ਗਿਆ ਹੈ ਕਾਨੂੰਨ ਦੇ ਮੁਤਾਬਿਕ,
ਤੇ ਜਿਹੜਾ ਵੀ ਉਸ ਦਾਇਰੇ ਦੇ ਵਿੱਚ ਆਂਦਾ ਉਹ ਇੱਕ ਕ੍ਰਿਮੀਨਲ ਹੈ। ਇਹ Even ਵਰਦੀ ਜਿਹੜਾ- ਸਾਹਮਣੇ ਜਦ ਇੱਕ ਗੈਂਗਸਟਰ ਆਂਦਾ ਤਾਂ ਉਹਦਾ ਕੋਈ ਵੱਡੀ ਹੁੰਦੀ ਕਿ ਉਹ ਸਾਹਮਣੇ ਆ ਕੇ ਆਮ ਇਨਸਾਨ ਹੀ ਬਣ ਜਾਂਦਾ ਹੈ? ਕਾਨੂੰਨ ਹਰੇਕ ਨੂੰ ਇੱਕ ਆਮ ਕਾਨੂੰਨੀ ਬਣਾ ਦਿੰਦਾ ਹੈ। ਤਰੀਕੇ ਨਾਲ ਹੀ ਦੇਖਦਾ ਹੈ ਤੇ ਇਦਾਂ ਹੀ ਦੇਖਣਾ ਚਾਹੀਦਾ ਹੈ। ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਕੰਮ ਕਰਦੇ ਹਾਂ। ਸਰ ਇੱਕ ਸਵਾਲ ਮੇਰੇ ਦਿਮਾਗ ਵਿੱਚ ਸੀ ਜੋ ਮੈਂ ਭੁੱਲ ਗਈ, ਜੋ ਅੰਡਰਵਰਲਡ ਅਸੀਂ ਕਹਿੰਦੇ ਹਾਂ ਅੱਜ ਕੱਲ੍ਹ ਗੈਂਗਸਟਰ ਜੋ ਹੈਗਾ ਉਹਦਾ 뮤직 ਇੰਡਸਟਰੀ ਨਾਲ ਖੇਡਾਂ ਵਾਲੀ ਕੁਝ ਜਿਹੜੀਆਂ ਨਾਮ ਆਉਂਦੇ ਨੇ, ਇਹਦਾ ਕਨੈਕਸ਼ਨ ਵੀ ਕੁਝ ਹੈਗਾ ਕਿ ਇਹ ਸਿਰਫ ਅਫਵਾਹਾਂ ਹੀ ਨੇ? ਮੈਡਮ ਕੁਝ ਸਾਡੇ ਕੋਲੇ ਰਿਪੋਰਟਾਂ ਹੈਗੀਆਂ ਜਿੱਥੇ ਕੁਝ ਕ੍ਰਿਮੀਨਲਸ ਨੇ ਭਾਵੇਂ 뮤직 ਇੰਡਸਟਰੀ ਜਾਂ ਦੂਜੇ ਪਾਸੇ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਸਾਰਾ ਕੁਝ ਇਕਨੋਮੀ ਡਰਿਵਨ ਹੈ। ਇਹ ਇਕਨੋਮੀ ਕਿਹੜੀ ਹੈ ਜਿਹੜੀ ਇਹ ਡਰਗ ਇਕਨੋਮੀ ਹੈ इट इज़ व्हाट जो ये क्रिमिनल्स है जो वो सोचते हैं कि चाहे वो पैसा कमा सकते हैं चाहे एक्सटॉर्शन कर सकते हैं। लेकिन मैं फिर सारे शो करना चाहूँगा कि जितने भी किसी भावे म्यूजिक इंडस्ट्री या कोई भी है किसी को कोई इस तरह की एक्सटॉर्शन कॉल इस तरह कुछ आती है दे शुड अप्रोच अस साढ़े कोल आन सानू इतलाह देन असी वी आर ड्यूटी बाउंड है कि उन्हों की खिलाफ सख्त तो सख्त कार्रवाई करांगे ਜਿਹੜੇ ਬੰਦੇ ਇਹ ਕੰਮ ਕਰਦੇ ਨੇ। ਸਰ ਤੁਹਾਡਾ ਟਾਈਮ ਘੱਟ ਹੈਗਾ ਬਟ ਉਮੀਦ ਕਰਦੇ ਹਾਂ ਕਿ ਹੋਰ ਐਗਜ਼ੈਕਟ ਪਿਕਚਰ ਨਾਲ ਅਸੀਂ ਤੁਹਾਡੇ ਤੋਂ ਹੀ ਜਾਣਕਾਰੀ ਲਿਆਵਾਂਗੇ ਤੇ ਆਪਣੀ ਸਨਸਨੀਖੇਜ਼ ਬਣਾਉਣ ਦੀ ਕੋਸ਼ਿਸ਼ ਨਾ ਲੋਕ ਕਰਨ, ਕਿਉਂ ਅੱਜ ਬੜਾ ਅਫਸੋਸ ਹੋ ਰਿਹਾ ਹੈ ਸੁਣ ਕੇ ਕਿ ਸਾਡੇ ਸਾਰਿਆਂ ਦਾ ਇੱਕ ਯੋਗਦਾਨ ਹੈ ਸਿੱਧੂ ਨੂੰ ਸ਼ਗਨਪ੍ਰੀਤ ਨਾਲ ਜੋੜ ਕੇ ਜੋ ਅਸੀਂ ਗੁਨਾਹ ਸਾਰਿਆਂ ਨੇ ਕੀਤਾ ਹੈਗਾ। ਸੋ ਅੱਜ ਆਈ ਥਿੰਕ ਇਟਸ ਸਾਰਿਆਂ ਲਈ ਇੱਕ ਵੇਕਅਪ ਕਾਲ ਹੈਗੀ ਹੈ ਕਿ ਵੀ ਸਨਸਨੀਖੇਜ਼ ਵੱਲ ਨਾ ਜਾਓ ਔਰ ਆਪਣੀ ਜ਼ਿੰਮੇਵਾਰੀ ਆਪਣੇ ਕਿਰਦਾਰ ਨੂੰ ਧਿਆਨ ਨਾਲ ਰੱਖੋ ਕਿ ਸਾਡੇ ਬੱਚੇ ਨਾ ਮਾਰੇ ਜਾਣ। ਸੋ ਸਾਡੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ।